ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਇਸ ਵੇਲੇ ਤੁਹਾਡੇ ਨਾਲ ਜਲੰਧਰ ਤੋਂ ਰਾਬਤਾ ਕਾਇਮ ਕਰ ਰਹੇ ਹਾਂ ਤੇ ਇਸ ਵੇਲੇ ਜਿਹੜੀ ਜਲੰਧਰ ਦੀ ਖਬਰ ਆ ਰਹੀ ਹੈ ਸੋ ਦੱਸਦੇ ਚੱਲਦੇ ਹਾਂ ਕਿ ਇਸ ਵੇਲੇ ਜਿਹੜੇ ਜਲੰਧਰ ਸ਼ਹਿਰ ਦੇ ਵਿੱਚ ਕੋਰੋਨਾ ਦਾ ਜਿਹੜਾ ਅੰਕੜਾ ਹੈ ਲਗਾਤਾਰ ਹੀ ਹੁਣ ਵੱਧਦਾ ਜਾ ਰਿਹਾ ਤੇ ਨਾਲ ਦੀ ਨਾਲ ਦੱਸਦੇ ਚੱਲਦੇ ਹਾਂ ਕਿ 7 ਜਿਹੜੇ ਨੇ ਨਵੇਂ ਕੇਸ ਜਲੰਧਰ ਸ਼ਹਿਰ ਦੇ ਵਿੱਚ ਆ ਚੁੱਕੇ ਨੇ ਤੇ ਹੁਣ ਜਿਹੜਾ ਅੰਕੜਾ ਹੈ ਲਗਾਤਾਰ ਜਿਹੜਾ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਤੇ ਹੁਣ ਜਲੰਧਰ ਸ਼ਹਿਰ ਦੇ ਵਿੱਚ ਜਿਹੜੀ ਗਿਣਤੀ ਹੈ 155 ਹੋ ਚੁੱਕੀ ਹੈ। ਸੋ ਜਲੰਧਰ ਸ਼ਹਿਰ ਦੀ ਜਿਹੜੀ ਇਸ ਵੇਲੇ ਹਾਲਾਤ ਨੇ ਬਹੁਤ ਹੀ ਬੇਕਾਬੂ ਹੁੰਦੇ ਜਿਹੜੇ ਨਜ਼ਰ ਆ ਰਹੇ ਨੇ। ਹੁਣ ਇੱਕ 4 ਸਾਲ ਦਾ ਬੱਚਾ ਵੀ ਕਰੋਨਾ ਵਾਇਰਸ ਦੀ ਚਪੇਟ ਵਿੱਚ ਆਇਆ। ਦੱਸਦੇ ਚੱਲਦੇ ਕਿ ਹੁਣ ਤੱਕ ਜਿਹੜੇ ਮਾਮਲੇ ਸਾਹਮਣੇ ਆਏ ਨੇ ਇਹਨਾਂ ਦੇ ਵਿੱਚ 7 ਨਵੇਂ ਕੇਸ ਸਾਹਮਣੇ ਆ ਚੁੱਕੇ ਨੇ। ਅੱਜ ਦੇ ਦਿਨ 7 ਨਵੇਂ ਕੇਸ ਸਾਹਮਣੇ ਆਏ ਨੇ। ਉਹਨਾਂ ਦੇ ਵਿੱਚ ਜਿਹੜੇ ਨੇ ਇੱਕ 4 ਸਾਲ ਦਾ ਬੱਚਾ ਵੀ ਸ਼ਾਮਲ ਹੈ ਤੇ ਇਸ ਦੇ ਨਾਲ ਹੀ 3 ਮਹਿਲਾਵਾਂ ਸ਼ਾਮਲ ਨੇ ਜੋ ਕਿ ਗੋਨਾ ਚੱਕ ਦੀਆਂ ਰਹਿਣ ਵਾਲੀਆਂ ਨੇ ਤੇ ਨਾਲ ਦੀ ਨਾਲ ਜਿਹੜੇ 3 ਲੋਕ ਹੋਰ ਸ਼ਾਮਲ ਨੇ ਜਿਨ੍ਹਾਂ ਵਿੱਚ ਇੱਕ ਬੱਚਾ ਸ਼ਾਮਲ ਹੈ ਉਹ ਨਿਊ ਗੋਬਿੰਦ ਨਗਰ ਦੇ ਰਹਿਣ ਵਾਲੇ ਨੇ ਤੇ ਨਾਲ ਦੀ ਨਾਲ ਇੱਕ ਪੁਰਸ਼ ਸ਼ਾਮਲ ਹੈ ਉਹ ਬਸਤੀ ਦਾਨਿਸ਼ਮੰਦਾ ਦਾ ਰਹਿਣ ਵਾਲਾ। ਲਗਾਤਾਰ ਜਿਹੜਾ ਕਰੋਨਾ ਵਾਇਰਸ ਦੇ ਮਾਮਲੇ ਨੇ ਜਲੰਧਰ ਸ਼ਹਿਰ ਦੇ ਵਿੱਚ ਵਧਦੇ ਜਾ ਰਹੇ ਨੇ ਤੇ ਹੁਣ ਫਿਰ ਜਿਹੜੇ ਨਵੇਂ 7 ਕੇਸ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ ਜਲੰਧਰ ਸ਼ਹਿਰ ਤੋਂ। ਹੁਣ ਤੱਕ ਦੀ ਜੇਕਰ ਗਿਣਤੀ ਦੱਸੀ ਜਾਵੇ ਜਲੰਧਰ ਸ਼ਹਿਰ ਦੀ 155 ਹੋ ਚੁੱਕੀ ਹੈ। ਲਗਾਤਾਰ ਨਵੇਂ ਜਿਹੜੇ ਅੰਕੜੇ ਨੇ ਇਹਨਾਂ ਦੇ ਵਿੱਚ ਇਜ਼ਾਫਾ ਹੁੰਦਾ ਹੀ ਜਾ ਰਿਹਾ ਹੈ। ਸੋ ਇਹ ਜਿਹੜੀ ਡਾਕਟਰ TP ਸਿੰਘ ਸੰਧੂ ਹੋਣਾ ਨੇ ਪਹੁੰਚਾਈ ਹੈ ਤੇ ਹੁਣ ਦੇ ਜਿਹੜੇ ਕੇਸ ਨੇ ਜਲੰਧਰ ਸ਼ਹਿਰ ਦੇ ਵਿੱਚ ਵੱਧ ਗਏ ਨੇ। ਹਾਲਾਂਕਿ 12 ਲੋਕ ਜਿਹੜੇ ਨੇ ਠੀਕ ਵੀ ਹੋਏ ਸਨ, 12 ਲੋਕ ਠੀਕ ਠਾਕ ਹੋ ਕੇ ਆਪਣੇ ਘਰਾਂ 'ਚ ਵਾਪਸੀ ਵੀ ਕਰ ਚੁੱਕੇ ਨੇ, ਪਰ ਨਾਲ ਦੀ ਨਾਲ ਤਾਂ ਜਿਹੜੇ ਕੇਸਾਂ ਦੇ ਵਿੱਚ ਹੋਰ ਇਜ਼ਾਫਾ ਵੀ ਹੁੰਦਾ ਜਾ ਰਿਹਾ ਹੈ। ਸੋ ਹੁਣ ਤੱਕ ਜਲੰਧਰ ਸ਼ਹਿਰ ਦੇ ਵਿੱਚ ਜੇਕਰ ਗਿਣਤੀ ਕੀਤੀ ਜਾਵੇ ਤਾਂ 7 ਨਵੇਂ ਕੇਸ ਆਏ ਨੇ। ਕੱਲ 11 ਕੇਸ ਸਾਹਮਣੇ ਆਏ ਸੀ ਜੋ ਕਿ ਕਾਜ਼ੀ ਮੁਹੱਲਾ ਦੇ ਜਿਹੜੇ ਨਾਲ ਦੀ ਨਾਲ 3-4 ਮੁਹੱਲੇ ਸੀ, ਰਾਸਤਾ ਮੁਹੱਲਾ ਸੀ, ਕਿਲਾ ਮੁਹੱਲਾ ਸੀ। ਇਹਨਾਂ ਮੁਹੱਲਿਆਂ ਦੇ ਵਿੱਚ ਜਿਹੜੇ ਨੇ ਕੱਲ 11 ਕੇਸ ਨਵੇਂ ਸਾਹਮਣੇ ਆਏ ਸਨ ਤੇ ਜਿਹੜੇ ਅੱਜ ਨਵੇਂ ਕੇਸ ਸਾਹਮਣੇ ਆਏ ਨੇ 7 ਕੇਸ ਨੇ। ਸੋ ਹੁਣ ਜਿਹੜੇ 7 ਕੇਸ ਹੈ ਇਹਨਾਂ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਵੀ ਹੈ ਕਿਉਂਕਿ ਜਲੰਧਰ ਸ਼ਹਿਰ ਦੇ ਵਿੱਚ ਹੁਣ ਛੋਟੇ ਬੱਚੇ ਵੀ ਜਿਹੜੇ ਨੇ ਕੋਰੋਨਾ ਦੀ ਚਪੇਟ ਵਿੱਚ ਆਉਣੇ ਸ਼ੁਰੂ ਹੋ ਗਏ ਨੇ। ਤੁਹਾਨੂੰ ਦੱਸਦੇ ਚੱਲਦੇ ਹਾਂ ਕਿ ਬਹੁਤ ਸਾਰੇ ਜਿਹੜੇ ਨੇ ਜਿਹੜੇ ਕੇਸ ਜਲੰਧਰ 'ਚ ਵੱਧਦੇ ਜਾ ਰਹੇ ਨੇ। ਪਹਿਲਾਂ 1 ਸਾਲ ਦਾ ਬੱਚਾ ਜਿਹੜਾ ਸੀ ਉਹ ਇਹਦੀ ਜਕੜ 'ਚ ਆਇਆ ਸੀ, ਕਰੋਨਾ ਵਾਇਰਸ ਦੀ ਜਕੜ 'ਚ ਆਇਆ ਸੀ। ਫਿਰ ਉਸ ਤੋਂ ਬਾਅਦ ਇੱਕ ਬੱਚਾ ਹੋਰ ਪੋਜ਼ੀਟਿਵ ਆਇਆ, ਉਹ 5 ਸਾਲ ਦਾ ਬੱਚਾ ਸੀ। ਫਿਰ ਉਸ ਤੋਂ ਬਾਅਦ ਇੱਕ 11 ਸਾਲ ਦਾ ਬੱਚਾ ਪੋਜ਼ਿਟਿਵ ਆਉਂਦਾ ਹੈ। ਅੱਜ ਫਿਰ ਨਵੀਂ ਖਬਰ ਸਾਡੇ ਤੋਂ ਪਹੁੰਚਦੀ ਹੈ ਜੋ ਕਿ ਬਹੁਤ ਦੁਖਦਾਈ ਹੈ ਕਿ ਛੋਟੇ ਬੱਚਿਆਂ ਨੂੰ ਵੀ ਜਿਹੜਾ ਹੁਣ ਕਰੋਨਾ ਜਿਹੜੀ ਆਪਣੀ ਜਕੜ ਦੇ ਵਿੱਚ ਲੈ ਰਿਹਾ ਹੈ। ਹੁਣ ਜਿਹੜਾ ਆ 4 ਸਾਲ ਦਾ ਇੱਕ ਬੱਚਾ ਜਿਹੜਾ ਉਹ ਕਰੋਨਾ ਦੀ ਜਿਹੜੀ ਹੈ ਜਕੜ ਵਿੱਚ ਆਇਆ। ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਦੇ ਚੱਲਦੇ ਹਾਂ ਕਿ ਜਿਹੜੇ ਸਿਵਲ ਹਸਪਤਾਲ ਦੇ ਹਾਲਾਤ ਨੇ ਉਹਨਾਂ 'ਚ ਵੀ ਜਿਹੜਾ ਆ ਮਰੀਜ਼ਾਂ ਦੀਆਂ ਬੜੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਡਾਕਟਰਾਂ ਦੇ ਵੱਲੋਂ ਤਾਂ ਇਹ ਕਿਹਾ ਜਾਂਦਾ ਹੈ ਕਿ ਪੂਰੀ ਜਿਹੜੀ ਅਸੀਂ ਤਨਦੇਹੀ ਦੇ ਨਾਲ ਜਿਹੜੀ ਹੈ ਡਿਊਟੀ ਨਿਭਾ ਰਹੇ ਹਾਂ, ਪੂਰਨ ਤੌਰ 'ਤੇ ਜਿਹੜਾ ਇੱਥੇ ਇਲਾਜ ਚੱਲ ਰਿਹਾ ਹੈ। ਪਰ ਜੇਕਰ ਗੱਲ ਕੀਤੀ ਜਾਵੇ ਮਰੀਜ਼ਾਂ ਦੀ ਤਾਂ ਕੱਲ੍ਹ ਹੀ ਮਰੀਜ਼ਾਂ ਨੇ ਜਿਹੜਾ ਮੀਡੀਆ ਦੇ ਸਾਹਮਣੇ ਆਪਣਾ ਇੱਕ ਦੁੱਖ ਜਿਹੜਾ ਦਰਦ ਬਿਆਨ ਕੀਤਾ ਸੀ। ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਸਾਡੇ ਤਾਈਂ ਜਿਹੜਾ ਡਾਕਟਰ ਆਉਂਦੇ ਹੀ ਨਹੀਂ ਹੈ, ਸੀਨੀਅਰ ਡਾਕਟਰ ਨਹੀਂ ਆਉਂਦੇ, ਸਿਰਫ ਜਿਹੜੀਆਂ ਨਰਸਾਂ ਨੇ ਉਹਨਾਂ ਦੇ ਵੱਲੋਂ ਸਾਡਾ ਚੈੱਕਅਪ ਕੀਤਾ ਜਾ ਰਿਹਾ ਹੈ। ਤੇ ਨਾਲ ਦੀ ਨਾਲ ਜੇਕਰ ਦੁੱਧ ਦੀ ਗੱਲ ਕੀਤੀ ਜਾਵੇ ਸਾਨੂੰ ਜਦੋਂ ਦੁੱਧ ਦਿੰਦੇ ਆ ਤਾਂ ਫਿਰ ਉਹ ਮੂੰਹ ਦੇ ਨਾਲ ਜਿਹੜਾ ਪੈਕਟ ਆ ਉਹ ਖੋਲ੍ਹਿਆ ਜਾਂਦਾ ਹੈ। ਸੋ ਇਹ ਕੱਲ੍ਹ ਮਰੀਜ਼ਾਂ ਨੇ ਬਹੁਤ ਲੰਬੀ ਜਿਹੜੀ ਲਿਸਟ ਸੀ ਉਹ ਪੱਤਰਕਾਰਾਂ ਤੱਕ ਪਹੁੰਚਾਈ ਸੀ। ਹਾਲਾਂਕਿ ਮਰੀਜ਼ਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇੱਕ ਮਰੀਜ਼ ਜਿਹੜਾ 4 ਅਪ੍ਰੈਲ ਨੂੰ ਜਿਹੜਾ ਦਾਖਲ ਹੁੰਦਾ ਹਸਪਤਾਲ ਦੇ ਵਿੱਚ, ਉਸ ਮਰੀਜ਼ ਦਾ ਇਹ ਵੀ ਕਹਿਣਾ ਹੈ ਕਿ ਮੈਂ 4 ਅਪ੍ਰੈਲ ਨੂੰ ਦਾਖਲ ਹੋਇਆ ਸੀ ਪਰ ਹਾਲੇ ਤੱਕ ਮੇਰੀ ਰਿਪੋਰਟ ਕੀ ਹੈ ਉਹ ਉਹਨਾਂ ਤੱਕ ਨਹੀਂ ਪਹੁੰਚੀ ਹੈ। ਆਪਣੇ ਡੇਲੀ ਪੋਸਟ ਪੰਜਾਬੀ ਦੇ ਜਿੰਨੇ ਵੀ ਸਾਡੇ ਨਾਲ ਜਿਹੜੇ ਨੇ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਜ਼ਰੂਰ ਦੱਸ ਦਿੰਦੇ ਹਾਂ ਕਿ ਸਭ ਤੋਂ ਪਹਿਲਾਂ ਇੱਦਾਂ ਹੁੰਦਾ ਕਿ ਜਦੋਂ ਵੀ ਕਰੋਨਾ ਪੇਸ਼ੈਂਟ ਜਦੋਂ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਤਾਂ ਉਸ ਤੋਂ ਬਾਅਦ ਕੁਛ ਦਿਨਾਂ ਬਾਅਦ ਉਹਨਾਂ ਦੇ ਲਗਾਤਾਰ ਜਿਹੜੇ ਨੇ ਟੈਸਟ ਹੁੰਦੇ ਨੇ, ਉਹਦੇ 'ਚ ਪ੍ਰਾਇਮਰੀ ਰਿਪੋਰਟਸ ਆਉਂਦੀਆਂ ਨੇ। ਹਾਲਾਂਕਿ ਜਿਹੜੇ ਮਰੀਜ਼ ਪਹਿਲਾਂ ਦਾਖਲ ਕੀਤੇ ਗਏ ਨੇ ਉਹਨਾਂ ਦੀਆਂ ਪ੍ਰਾਇਮਰੀ ਰਿਪੋਰਟਾਂ ਕੀ ਹੈ ਉਹ ਵੀ ਮਰੀਜ਼ਾਂ ਨੂੰ ਹਾਲ ਤੱਕ ਦੱਸੀਆਂ ਨਹੀਂ ਗਈਆਂ। ਜੇਕਰ ਤੁਹਾਡੀ ਪਹਿਲੀ ਪ੍ਰਾਇਮਰੀ ਰਿਪੋਰਟ ਨੈਗੇਟਿਵ ਆਉਂਦੀ ਹੈ ਫਿਰ ਥੋੜ੍ਹੇ 1 ਹਫ਼ਤੇ ਬਾਅਦ ਫਿਰ ਤੁਹਾਡੀ ਜਿਹੜੀ ਰਿਪੋਰਟ ਹੈ ਉਹ ਫਿਰ ਆਉਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ
ਨੈਗੇਟਿਵ 2 ਵਾਰ ਆਉਣ ਤੋਂ ਬਾਅਦ ਫਿਰ ਤੁਸੀਂ ਜਿਹੜਾ ਬਿਲਕੁਲ ਠੀਕ ਠਾਕ ਹੋ ਤੇ ਘਰ 'ਚ ਵਾਪਸੀ ਕਰ ਸਕਦੇ ਹੋ। ਪਰ ਇਸ ਵੇਲੇ ਜਿਹੜੇ ਉੱਥੇ ਮਰੀਜ਼ ਦਾਖਲ ਹੈ ਉਹਨਾਂ ਮਰੀਜ਼ਾਂ ਦਾ ਇਹੀ ਕਹਿਣਾ ਕਿ ਸਾਡੇ ਤਾਈਂ ਜਿਹੜਾ ਆ ਬਹੁਤ ਸਾਰੇ ਜਿਹੜੀਆਂ ਰਿਪੋਰਟਸ ਆਈਆਂ ਨੇ ਸਾਨੂੰ ਦੱਸੀਆਂ ਹੀ ਨਹੀਂ ਗਈਆਂ। ਹਾਲਾਂਕਿ ਇੱਥੇ ਦੱਸਦੇ ਚੱਲਦੇ ਕਿ ਜਿੰਨੇ ਮਰੀਜ਼ ਹੁਣ ਸਿਵਲ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਮਰੀਜ਼ਾਂ ਨੇ ਇੱਕ ਹੋਰ ਜਿਹੜੀ ਬੜੀ ਵੱਡੀ ਸ਼ਿਕਾਇਤ ਕੀਤੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਲੋਕ ਜਿੰਨੇ 18 ਉੱਥੇ ਪੁਰਸ਼ ਨੇ ਉਹਨਾਂ ਦੇ ਲਈ ਸਿਰਫ ਇੱਕ ਹੀ ਬਾਥਰੂਮ ਹੈ ਤੇ ਨਾਲ ਦੀ ਨਾਲ ਜਿਹੜੇ 22 ਹੋਰ ਉੱਥੇ ਮਹਿਲਾਵਾਂ ਨੇ ਉਹਨਾਂ ਦੇ ਵਾਸਤੇ 2 ਬਾਥਰੂਮ ਨੇ। ਤਾਂ ਉਹਨਾਂ ਜਿਹੜੇ ਬਾਥਰੂਮਾਂ ਦੀ ਹਾਲਤ ਵੀ ਬਹੁਤ ਜਿਹੜੀ ਹੈ ਠੀਕ ਨਹੀਂ ਹੈ। ਹਾਲਾਂਕਿ ਉਹਨਾਂ ਨੇ ਪੇਸ਼ੈਂਟ ਕਹਿੰਦੇ ਕਿ ਸਾਨੂੰ ਜਿਹੜਾ ਅਸੀਂ ਆਪਣੇ ਆਪ ਜਿਹੜੇ ਸਫਾਈ ਵੀ ਕਰ ਲਾਂਗੇ ਸਾਡੇ ਤਾਂ ਜਿਹੜਾ ਹਾਈਪਰ ਦੇ ਦਿਓ, ਪਰ ਹਾਲ ਤੱਕ ਹਾਰਪਿਕ ਵੀ ਜਿਹੜਾ ਨਹੀਂ ਦਿੱਤਾ ਗਿਆ। ਮਾਫ ਕਰਨਾ, ਹਾਰਪਿਕ ਦੀ ਵਰਤੋਂ ਜਿਹੜੀ ਉਹਨਾਂ ਨੇ ਮੰਗੀ ਸੀ ਕਿ ਅਸੀਂ ਆਪਣੇ ਆਪ ਜਿਹੜੀ ਸਫਾਈ ਕਰ ਲਾਂਗੇ, ਪਰ ਹਾਰਪਿਕ ਵੀ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਜਿਹੜੇ ਆਈਸੋਲੇਸ਼ਨ ਵਾਰਡ ਨੇ ਸਿਰਫ 2 ਵਾਰ ਹੀ ਸੈਨੀਟਾਈਜ਼ ਉਹਨਾਂ ਨੂੰ ਕੀਤਾ ਗਿਆ, ਉਹ ਵੀ ਸੈਨੀਟਾਈਜ਼ ਨਹੀਂ ਹੋਏ। ਇਹ ਮਰੀਜ਼ਾਂ ਦੀਆਂ ਸ਼ਿਕਾਇਤਾਂ ਨੇ। ਇਸ ਦੇ ਨਾਲ ਇੱਕ ਮਰੀਜ਼ ਨੇ ਹੋਰ ਵੀ ਦੋਸ਼ ਲਗਾਇਆ ਸੀ ਕਿ ਮੇਰਾ ਜਿਹੜਾ ਸਾਹ ਫੁੱਲਦਾ ਸੀ, ਸਾਹ ਫੁੱਲਣ ਤੋਂ ਬਾਅਦ ਮੈਂ ਡਾਕਟਰਾਂ ਤੇ ਤਾਈਂ ਜਿਹੜੀ ਅਪੀਲ ਕੀਤੀ ਕਿ ਸੀਨੀਅਰ ਡਾਕਟਰ ਜਿਹੜਾ ਇੱਥੇ ਆ ਕੇ ਦੇਖਣ, ਪਰ ਇਹ ਡਾਕਟਰ ਦੇਖਣ ਨਹੀਂ ਆਏ। ਇਹ ਮਰੀਜ਼ਾਂ ਨੇ ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਲਾਈਆਂ ਨੇ। ਜਦ ਇਸ ਸੰਬੰਧੀ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਰੂਟੀਨ ਵਾਈਜ਼ ਜਿਹੜੀ ਚੈਕਿੰਗ ਹੈ ਉਹ ਲਗਾਤਾਰ ਅਸੀਂ ਕਰ ਰਹੇ ਹੈਗੇ। ਸੋ ਹੁਣ ਤੱਕ ਜਿਹੜੀ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਆਉਣ ਵਾਲੇ ਟਾਈਮ 'ਚ ਜਿਹੜੀ ਸਥਿਤੀ ਮਾੜੀ ਹੋ ਸਕਦੀ ਹੈ, ਕਿਉਂਕਿ ਜਿਹੜਾ ਇਹ ਬਿਮਾਰੀ ਹੈ ਇਸ ਦੀ ਕੋਈ ਵੈਕਸੀਨ ਹਾਲੇ ਤੱਕ ਨਹੀਂ ਬਣੀ ਹੈ। ਕੋਸ਼ਿਸ਼ ਇਹੀ ਹੈ ਕਿ ਬਚਾਅ ਦੇ ਵਿੱਚ ਬਚਾਅ ਹੋ ਸਕਦਾ, ਜਿੰਨਾ ਹੋ ਸਕਦਾ ਕਸਰਤ ਕਰਨੀ, ਖਾਣ ਪੀਣ ਦਾ ਆਪਣਾ ਧਿਆਨ ਰੱਖਣਾ, ਗਰਮ ਪਾਣੀ ਪੀਣਾ, ਹੋਰ ਬਹੁਤ ਸਾਰੀਆਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਉਹਨਾਂ ਹਦਾਇਤਾਂ ਤੇ ਪਾਲਣਾ ਕਰਨ ਦੀ ਬੇਹੱਦ ਲੋੜ ਹੈਗੀ ਆ। ਸੋ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਅੱਜ ਦੇ ਫਿਰ ਤੋਂ ਕੇਸ ਦੀ, ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹੀ ਜਿਹੜੇ ਨੇ ਅੱਜ ਫਿਰ ਮਾਮਲੇ ਉਜਾਗਰ ਹੋਏ ਨੇ ਕਰੋਨਾ ਵਾਇਰਸ ਨੂੰ ਲੈ ਕੇ। ਨਵਾਂ ਸ਼ਹਿਰ ਜੋ ਕਿ ਪਹਿਲਾਂ ਹੀ ਜਿਹੜਾ ਕਰੋਨਾ ਦਾ ਗੜ੍ਹ ਬਣਿਆ ਹੋਇਆ ਸੀ, ਸਭ ਤੋਂ ਪਹਿਲਾਂ ਜਿਹੜੀ ਇਹ ਨਵੇਂ ਸ਼ਹਿਰ ਦੇ ਵਿੱਚ ਇਸ ਦੀ ਸ਼ੁਰੂਆਤ ਹੁੰਦੀ ਹੈ। ਸੋ ਹੁਣ ਕਰੋਨਾ ਨੇ ਫਿਰ ਇੱਕ ਵਾਰ ਨਵਾਂ ਸ਼ਹਿਰ ਨੂੰ ਆਪਣੀ ਜਕੜ 'ਚ ਲੈ ਲਿਆ। ਅੱਜ ਫਿਰ ਜਿਹੜੇ ਨੇ 18 ਕੇਸ ਨਵੇਂ ਸਾਹਮਣੇ ਆਏ ਨੇ ਤੇ ਹੁਣ ਨਵਾਂ ਸ਼ਹਿਰ ਦੀ ਜਿਹੜੀ ਗਿਣਤੀ ਹੈ 104 ਹੋ ਗਈ ਹੈ। ਤੇ ਇਸ ਦੇ ਨਾਲ ਜ਼ਿਕਰ ਕੀਤਾ ਜਾਵੇ ਫਿਰ ਤੋਂ ਜਲੰਧਰ ਸ਼ਹਿਰ ਦਾ, ਸੋ ਦੱਸਦੇ ਚੱਲਦੇ ਹਾਂ ਕਿ ਜਲੰਧਰ ਸ਼ਹਿਰ ਦੇ ਵਿੱਚ ਇਹ ਆਂਕੜਾ ਜਿਹੜਾ ਹੈ ਇਸ ਟਾਈਮ ਤੇ 155 ਹੋ ਚੁੱਕਾ ਹੈ। 4 ਸਾਲ ਦਾ ਇੱਕ ਬੱਚਾ ਵੀ ਇਸ ਦੀ ਜਕੜ ਵਿੱਚ ਆ ਚੁੱਕਾ ਹੈ। ਹਾਲਾਂਕਿ ਇਹ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ 7 ਕੇਸ ਹੁਣ ਨਵੇਂ ਸਾਹਮਣੇ ਆਏ ਨੇ, 7 ਕੇਸ ਇਹ ਨਵੇਂ ਨੇ। ਉਹਨਾਂ ਦੇ ਵਿੱਚ 3 ਮਹਿਲਾਵਾਂ ਜਿਹੜੀਆਂ ਨੇ ਉਹ ਗੋਨਾ ਚੱਕ ਦੀਆਂ ਰਹਿਣ ਵਾਲੀਆਂ ਨੇ। ਇਸ ਦੇ ਨਾਲ 3 ਜਿਹੜੇ ਲੋਕ ਨੇ ਉਹ ਨਿਊ ਗੋਬਿੰਦ ਨਗਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਵਿੱਚ ਇੱਕ 4 ਸਾਲ ਦਾ ਬੱਚਾ ਵੀ ਸ਼ਾਮਲ ਹੈ। ਤੇ ਇਸ ਦੇ ਨਾਲ ਹੀ ਇੱਕ ਜਿਹੜਾ 49 ਸਾਲ ਦਾ ਜੋ ਵਿਅਕਤੀ ਸ਼ਾਮਲ ਹੈ ਉਹ ਬਸਤੀ ਦਾਨਿਸ਼ਮੰਦਾ ਦਾ ਰਹਿਣ ਵਾਲਾ ਹੈ। ਬਸਤੀ ਦਾਨਿਸ਼ਮੰਦਾ ਦੇ ਵਿੱਚ ਬਹੁਤ ਸਾਰੇ ਕੇਸ ਨੇ, ਲਗਾਤਾਰ ਸਾਹਮਣੇ ਆਉਂਦੇ ਨੇ, ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਦੇ ਨਾਲ ਹੋ ਚੁੱਕੇ ਨੇ। ਹਾਲਾਂਕਿ ਬਸਤੀ ਜਿਹੜੀ ਹੈ ਗਾਜ਼ੀ ਦੇ ਉੱਥੇ ਦੇ ਬਹੁਤ ਸਾਰੇ ਜਿਹੜੇ ਕੇਸ ਨੇ, ਨਾਲ ਦੀ ਨਾਲ ਬਸਤੀ ਦਾਨਿਸ਼ਮੰਦਾ ਦੇ ਬਹੁਤ ਸਾਰੇ ਜਿਹੜੇ ਕੇਸ ਨੇ। ਹਾਲਾਂਕਿ ਇੱਥੇ ਜਿਹੜਾ ਹੈ ਨਾ ਇਹਨਾਂ ਨੂੰ ਸੀਲ ਇਹਨਾਂ ਇਲਾਕਿਆਂ ਨੂੰ ਕਰ ਦਿੱਤਾ ਗਿਆ, ਲੋਕਾਂ ਨੂੰ ਘਰਾਂ ਤੋਂ ਨਾ ਬਾਹਰ ਆਉਣ ਦੀ ਹਦਾਇਤ ਕੀਤੀ ਗਈ ਹੈ। ਪਹਿਲਾਂ ਤੋਂ ਹੀ ਜਿਹੜੇ ਇਲਾਕੇ ਸੀਲ ਸਨ, ਪਰ ਹੁਣ ਵਾਰ-ਵਾਰ ਇਹਨਾਂ ਸਭ ਨੂੰ ਇਹੀ ਕਿਹਾ ਜਾ ਰਿਹਾ ਹੈ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਆਉਣ, ਕਿਉਂਕਿ ਜੇਕਰ ਘਰਾਂ ਦੇ ਵਿੱਚ ਰਵਾਂਗੇ ਤਾਂ ਹੀ ਜਿਹੜੀ ਹੈ ਤੰਦਰੁਸਤੀ ਨੂੰ ਪਹਿਲ ਦਿੱਤੀ ਜਾਵੇਗੀ। ਜੇਕਰ ਅਸੀਂ ਕਰਫਿਊ ਦੀ ਉਲੰਘਣਾ ਵੀ ਕਰਾਂਗੇ ਜਾਂ ਕਿਸੇ ਦੇ ਸੰਪਰਕ ਵਿੱਚ ਆਵਾਂਗੇ ਤਾਂ ਹੋਰ ਜਿਹੜੇ ਹਾਲਾਤ ਨੇ ਉਹ ਮਾੜੇ ਹੋ ਸਕਦੇ ਆ। ਅਸੀਂ ਸਾਰੇ ਚਾਹੁੰਦੇ ਹਾਂ ਕਿ ਛੇਤੀ-ਛੇਤੀ ਜਿਹੜਾ ਕਰਫਿਊ ਉਹ ਖਤਮ ਹੋਵੇ, ਫਿਰ ਤੋਂ ਅਸੀਂ ਘਰਾਂ ਤੋਂ ਬਾਹਰ ਜਾਈਏ, ਫਿਰ ਰੌਣਕਾਂ ਲੱਗਣੇ ਬਹੁਤ ਜ਼ਰੂਰੀ ਹੋ ਜਾਂਦਾ ਹੈ। ਉਦੋਂ ਹੀ ਜ਼ਰੂਰੀ ਹੋਏਗਾ ਜਦ ਅਸੀਂ ਸਾਰੇ ਇਸ ਬਿਮਾਰੀ ਦੇ ਨਾਲ ਲੜਾਂਗੇ, ਇਸ ਬਿਮਾਰੀ ਨੂੰ ਖਤਮ ਕਰਾਂਗੇ। ਸੋ ਬਿਲਕੁਲ ਜੀ ਇੱਕ ਵਾਰ ਫਿਰ ਤੋਂ ਦੱਸੇ ਚੱਲਦੇ ਕਿ ਜਲੰਧਰ ਸ਼ਹਿਰ ਦੇ ਵਿੱਚ ਇਸ ਵੇਲੇ ਜਿਹੜੇ ਨੇ 7 ਨਵੇਂ ਕੇਸ ਸਾਹਮਣੇ ਆ ਚੁੱਕੇ ਨੇ ਤੇ ਇਹਨਾਂ ਦੇ ਵਿੱਚ ਜਿਹੜੇ ਨੇ ਇੱਕ 4 ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਕਿ ਛੋਟੇ-ਛੋਟੇ ਬੱਚੇ, ਪਹਿਲਾਂ ਇੱਕ 4 ਸਾਲ ਦਾ ਬੱਚਾ, 1 ਸਾਲ ਦਾ ਬੱਚਾ, 5 ਸਾਲ ਦੇ ਬੱਚੇ ਹੁਣ ਕਰੋਨਾ ਦੀ ਜਕੜ ਦੇ ਵਿੱਚ ਛੋਟੇ-ਛੋਟੇ ਉਹਦੇ ਪਰਿਵਾਰਕ ਮੈਂਬਰਾਂ ਦੇ ਵੀ ਲੈ ਲਏ ਗਏ ਨੇ। ਹੁਣ ਸੋ ਦੱਸਦੇ ਚੱਲਦੇ ਹਾਂ ਕਿ ਆਪ ਸਭ ਆਪਣਾ ਖਿਆਲ ਰੱਖੋ, ਆਪਣੇ ਘਰਾਂ 'ਚ ਰਹੋ, ਤੰਦਰੁਸਤ ਰਹੋਗੇ। 7 ਨਵੇਂ ਕੇਸ ਨੇ ਜਲੰਧਰ ਸ਼ਹਿਰ ਤੋਂ ਨੇ। ਹੁਣ ਤੁਹਾਡੇ ਤੋਂ ਲਵਾਂਗੇ ਆ ਗਿਆ, ਮੈਂ ਮਨਦੀਪ ਕੌਰ ਸੰਧੂ ਜਲੰਧਰ ਤੋਂ।